ਤੇ ਹੁਣ ਅਮਰਤਪਾਲ ਨੂੰ ਲੈ ਕੇ ਏਜੰਸੀਆਂ ਜਿਹੜੀ ਅਲਰਟ ਤੇ ਚੱਲ ਰਹੀਆਂ ਨੇ। ਜਿਹੜਾ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ 'ਚ ਲਏਗਾ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੋ ਅੰਮ੍ਰਿਤ ਛਕ ਕੇ ਨਸ਼ਾ ਛੱਡ ਦਿੰਦਾ ਹੈ ਨੌਜਵਾਨ, ਤਾਂ ਕੀ ਅਮਰਤਪਾਲ ਸਿੰਘ ਇਹ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ? ਅੰਮ੍ਰਿਤ ਛਕਾਉਣਾ ਜਾਂ ਨਾ ਛਕਾਉਣਾ ਇੱਥੇ ਮਸਲਾ ਨਹੀਂ ਹੈ। ਜਿਵੇਂ ਦੀਪ ਸਿੱਧੂ ਨੂੰ ਵਰਤਿਆ ਗਿਆ, ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਜਿਹੜਾ ਹੈਗਾ ਉਹ ਕੰਮ ਕੀਤੇ ਜਾਂਦੇ ਕਿ ਜੇ ਮੈਂ ਅੰਮ੍ਰਿਤ ਛਕ ਲਿਆ ਤਾਂ ਮੈਂ ਸਗੋਂ ਸਾਨੂੰ ਨੀਵਾਂ ਹੋਣਾ ਚਾਹੀਦਾ ਕਿ ਮੈਂ ਤਾਂ ਜੀ ਹੁਣ ਬਾਕੀਆਂ ਨਾਲੋਂ ਜਿਹੜਾ ਹੈਗਾ ਉੱਤੇ ਹੋ ਗਿਆ। ਇੱਦਾਂ ਦੀ ਜਿਹੜੀ ਕੱਟੜਤਾ ਜਿਹੜੀ ਹੈਗੀ ਆ ਲਿਆਂਦੀ ਜਾ ਰਹੀ ਹੈ ਅੰਮ੍ਰਿਤ ਛਕਾਉਣ ਦੇ ਨਾਂ ਦੇ ਉੱਤੇ, ਉਹ ਮਾੜੀ ਹੈ। ਏਜੰਸੀਆਂ ਦੇ ਰਾਹੀਂ ਇਸ ਵੇਲੇ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਲਈ। ਸਾਂਝੀ ਸੋਚ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਸਤਨਾਮ ਸਿੰਘ ਬਠੋਈ ਅੱਜ ਜੋ ਪੰਜਾਬ 'ਚ ਚੱਲੰਤ ਮੁੱਦੇ ਨੇ ਉਹਨਾਂ ਨਾਲ ਦੇ ਮੱਦੇਨਜ਼ਰ ਗੱਲ ਕਰਨ ਲਈ ਪਹੁੰਚੇ ਹਾਂ ਡਾਕਟਰ ਭੀਮਿੰਦਰ ਸਿੰਘ ਜੀ ਕੋਲ, ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁੱਧੀਜੀਵੀ ਸੈੱਲ ਦੇ ਮੀਤ ਪ੍ਰਧਾਨ ਨੇ। ਤੇ ਉਹਨਾਂ ਤੋਂ ਜਾਣਾਂਗੇ ਕਿ ਆਮ ਆਦਮੀ ਪਾਰਟੀ ਦੀਆਂ ਕਿਹੜੀਆਂ ਅੱਗੇ ਜੋ ਸਥਿਤੀਆਂ ਨੇ ਅਤੇ ਲੋਕਾਂ ਪ੍ਰਤੀ ਉਹ ਕਿਹੜੀ ਅਜਿਹੀ ਪਾਲਿਸੀ ਲੈ ਕੇ ਆਣਗੇ ਜਿਨ੍ਹਾਂ ਨਾਲ ਸਿੱਧਾ ਇਫੈਕਟ ਲੋਕਾਂ ਤੇ ਪਵੇਗਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਸਾਂਝੀ ਸੋਚ ਟੀਵੀ ਤੇ। ਸਾਰੇ ਦਰਸ਼ਕਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਔਰ ਤੁਹਾਡਾ ਵੀ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਡਾਕਟਰ ਸਾਹਿਬ, ਵਿਸ਼ੇਸ਼ ਇਜਲਾਸ ਚੱਲ ਰਿਹਾ ਪੰਜਾਬ ਸਰਕਾਰ ਦਾ ਜੀ, ਉਸ ਦੇ ਵਿੱਚ ਕੀ ਕੁਝ ਲੈ ਕੇ ਆਉਣ ਦੀ ਉਮੀਦ ਆ? ਕੀ ਪੰਜਾਬ ਲਈ ਕਿੰਨਾ ਕੁ ਫਾਇਦਾ ਹੋਊਗਾ? ਕਿਹੜੇ ਮੁੱਦੇ ਜਿਹੜੇ ਪੰਜਾਬ ਦੇ ਅਹਿਮ ਨੇ ਉੱਥੇ ਡਿਸਕਸ਼ਨ ਹੋਣ ਦੀ ਉਮੀਦ ਹੈ ਜੀ? ਦੇਖੋ ਜੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਸ ਬਿਨਾਹ ਦੇ ਉੱਤੇ ਬਣੀ ਹੈ ਉਹਨਾਂ ਦੀ ਸਰਕਾਰ ਕਿ ਲੋਕਾਂ ਨੂੰ ਰੁਜ਼ਗਾਰ ਦੇਣਾ, ਲੋਕਾਂ ਨੂੰ ਐਜੂਕੇਸ਼ਨ ਦੇਣੀ ਹੈ ਵਧੀਆ, ਲੋਕਾਂ ਨੂੰ ਵਧੀਆ ਹੈਲਥ ਦੇਣੀ ਹੈ, ਲੋਕਾਂ ਦੇ ਹੋਰ ਜਿਹੜੇ ਮਸਲੇ ਨੇ, ਚਾਹੇ ਉਹ ਆਪਾਂ ਸਾਰੇ ਜਾਣਦੇ ਆ ਕਿ ਪੈਨਸ਼ਨ ਦਾ ਮਸਲਾ ਹੋਵੇ, ਚਾਹੇ ਉਹ ਬਹੁਤ ਸਾਰੀਆਂ ਹੋਰ ਸਹੂਲਤਾਂ ਜਿਹੜੀ ਵੱਖ-ਵੱਖ ਦਫ਼ਤਰਾਂ 'ਚ ਜਾ ਕੇ ਖੱਜਲ ਖੁਆਰੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੀਗੀਆਂ, ਉਹ ਠੀਕ ਕਰਨੀਆਂ ਹੋਣ, ਜਾਂ ਹੋਰ ਜਿਹੜੇ ਇੱਦਾਂ ਦੇ ਮੁੱਦੇ ਨੇ ਬੁਨਿਆਦੀ ਮੁੱਦੇ, ਚਾਹੇ ਕਿਸਾਨੀ ਦਾ ਮੁੱਦਾ ਹੈ, ਨੌਜਵਾਨਾਂ ਦਾ ਮੁੱਦਾ ਹੈ, ਟੀਚਰਸ ਦਾ ਮੁੱਦਾ ਹੈ, ਇਹ ਸਾਰੇ ਮੁੱਦੇ ਹਜੇ ਜਿਹੜੇ ਨੇ ਇਹ ਹੌਲੀ ਕੰਮ ਇਹਨਾਂ ਦੇ ਉੱਤੇ ਹੋ ਰਿਹਾ। ਔਰ 6 ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ, ਸਾਰਾ ਪੰਜਾਬ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇ ਵਿੱਚ ਉਹ ਕੰਮ ਹੋਏ ਨੇ ਜਿਹੜੇ ਕਿਸੇ ਵੇਲੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹ ਆਖਰੀ 6 ਮਹੀਨੇ ਕਰਦੀਆਂ ਸੀਗੀਆਂ। ਪਹਿਲੇ 4.5 ਤਾਂ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਹੁਣ ਕਿ ਸਾਡੇ ਸਰਕਾਰਾਂ ਹੈ ਵੀ ਨਹੀਂ ਜਾਂ ਨਹੀਂ ਵੀ ਹੈਗੀਆਂ। ਸੋ ਇਹ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਐਸੀ ਸਰਕਾਰ ਬਣੀ ਹੈ ਜਿਹਨੇ ਪਹਿਲੇ ਦਿਨ ਤੋਂ ਹੀ, ਜਿੱਦਣ ਤੋਂ ਸਰਕਾਰ ਬਣੀ ਹੈ ਉਸੇ ਦਿਨ ਤੋਂ ਹੀ ਆਪਣਾ ਕੰਮ ਸ਼ੁਰੂ ਕੀਤਾ। ਔਰ 6 ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਚਾਹੇ ਉਹ ਰਿਸ਼ਵਤਖੋਰੀ ਦੇ ਮਸਲੇ ਹੋਣ ਜਾਂ ਹੋਰ ਜਿਹੜੇ ਜ਼ੀਰੋ ਬਿਜਲੀ ਦਾ ਬਿੱਲ ਦੀ ਗੱਲ ਹੋਵੇ, ਜਾਂ ਕਿਸਾਨੀ ਦੀਆਂ ਜਿਹੜੀਆਂ ਸਮੱਸਿਆਵਾਂ ਲਟਕ ਰਹੀਆਂ ਸੀਗੀਆਂ ਉਹਨਾਂ ਨੂੰ ਮੁਆਵਜ਼ਾ ਕਿਵੇਂ ਦੇਣਾ ਹੈ, ਮਜ਼ਦੂਰਾਂ ਦਾ ਕਿਵੇਂ ਖਿਆਲ ਰੱਖਣਾ ਹੈ, ਮੁਲਾਜ਼ਮਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਕਿਵੇਂ ਦੇਣੀ ਹੈ, ਜਾਂ ਮੁਲਾਜ਼ਮਾਂ ਨੂੰ 7ਵਾਂ ਪੇ ਕਮਿਸ਼ਨ ਜਿਹੜਾ ਹੈਗਾ ਉਹ ਲਾਗੂ ਕਰ ਦਿੱਤਾ ਗਿਆ ਹੈ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਸਾਰਾ ਦੇਖਦੇ ਹਾਂ ਪਿਛਲਾ 6 ਮਹੀਨੇ ਦਾ ਜਿਹੜਾ ਰਿਜ਼ਲਟ ਹੈ ਉਹ ਇੱਕ ਬਹੁਤ ਹੀ ਬਿਹਤਰੀਨ ਰਿਜ਼ਲਟ ਹੈ। ਔਰ ਮਾਨ ਸਾਹਿਬ ਨੂੰ ਜਿਹੜੇ ਹੈਗੇ ਇਹਦੀ ਸਾਰਾ ਸ਼੍ਰੇਅ ਜਿਹੜਾ ਹੈਗਾ ਮਾਨ ਸਾਹਿਬ ਨੂੰ ਜਾਂਦਾ ਹੈ ਔਰ ਉਹਨਾਂ ਦੀ ਸਾਰੀ ਟੀਮ ਨੂੰ ਜਾਂਦਾ ਹੈ। ਉਹਨੂੰ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਵੀ, ਜਿਵੇਂ ਅਜੇ ਤਾਂ ਦੇਖੋ ਜਦੋਂ ਕੁਝ ਐਸੇ ਮਹੀਨੇ ਹੁੰਦੇ ਨੇ ਸ਼ੁਰੂਆਤ ਦੇ ਵਿੱਚ ਕਿ ਸਰਕਾਰਾਂ ਹਜੇ ਬਹੁਤੀਆਂ ਚੀਜ਼ਾਂ ਨੂੰ ਸਮਝਦੀ ਹੈ ਔਰ ਸਮਝ ਕੇ ਹੌਲੀ ਗੱਡੀ ਆਪਾਂ ਕਹਿੰਦੇ ਜਿਵੇਂ ਸਪੀਡ ਫੜਦੀ ਹੈ। ਸ਼ੁਰੂ ਦੇ ਵਿੱਚ ਤਾਂ ਗੱਡੀ ਜਿਹੜੀ ਹੁੰਦੀ ਹੈ ਬਹੁਤ ਸਲੋ ਜਿਹੜੀ ਹੈਗੀ ਹੁੰਦੀ ਹੈ, ਪਰ ਹੌਲੀ ਜਿਉਂ ਸਮਾਂ ਬੀਤੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਗੱਡੀ ਹੈ ਉਹ ਸਪੀਡ ਫੜੇਗੀ ਔਰ ਤੁਸੀਂ ਦੇਖੋਗੇ ਕਿ ਜਿਉਂ ਸਮਾਂ ਅੱਗੇ ਵਧੇਗਾ ਕਿਉਂ ਕੰਮ ਵੀ ਜਿਹੜੇ ਲੋਕਾਂ ਦੇ ਹੋਰ ਹੋਣਗੇ ਔਰ ਵਧੀਆ ਤਰੀਕੇ ਨਾਲ ਹੋਣਗੇ। ਔਰ ਲੋਕ ਜਿਹੜੇ ਨੇ ਇਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਗਲੀਆਂ 5 ਸਾਲਾਂ ਤੋਂ ਬਾਅਦ ਜਦੋਂ ਚੋਣਾਂ ਹੋਣਗੀਆਂ 27 ਦੇ ਵਿੱਚ,
ਤਾਂ ਲੋਕਾਂ ਨੂੰ ਇਹੀ ਕਹਿਣਾ ਹੈ ਕਿ ਜੇ ਤਾਂ ਤੁਹਾਨੂੰ ਸਾਡਾ ਪਸੰਦ ਕੰਮ ਜਿਹੜਾ ਹੈਗਾ ਉਹ ਪਸੰਦ ਆਏ ਤਾਂ ਹੀ ਵੋਟ ਪਾਉਣਾ, ਨਹੀਂ ਤਾਂ ਵੋਟ ਨਾ ਪਾਉਣਾ। ਇਹ ਅਲਟੀਮੇਟਲੀ ਇਹੀ ਹੋਣਾ ਹੈ ਸਤਨਾਮ ਸਿੰਘ ਜੀ। ਡਾਕਟਰ ਸਾਹਿਬ ਜੇਕਰ ਗੱਲ ਕਰੀਏ ਤੁਹਾਡੇ ਨਾਲ ਕੀਤੇ ਗਏ ਤੇ ਅਸੀਂ ਸਹਿਮਤ ਹਾਂ ਕਿ ਜੋ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ, ਪਰ ਜਿਹੜੀਆਂ ਕਈ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਹਾਈ ਕੋਰਟ ਵਿੱਚ ਰੋਕ ਲੱਗ ਜਾਂਦੀ ਹੈ ਤੇ ਕਈ ਵਾਰ ਜਿਹੜੇ ਜ਼ਮੀਨੀ ਉਹਨੂੰ ਵਿਵਾਦ ਨੂੰ ਲੈ ਕੇ ਹਾਈ ਕੋਰਟ ਵੱਲੋਂ ਸਟੇ ਲਿਆ ਜਾਂਦਾ। ਇਸ ਤਰ੍ਹਾਂ ਹੀ ਹੁਣ ਆਟਾ ਦਾਲ ਸਕੀਮ ਲਾ ਲਓ, ਪਹਿਲਾਂ ਹਾਈ ਕੋਰਟ ਦੇ ਹੇਠਲੇ ਬੈਂਚ ਨੇ ਉਸ ਤੇ ਰੋਕ ਲਗਾਤੀ ਸੀ, ਹੁਣ ਡਬਲ ਬੈਂਚ ਨੇ ਰੋਕ ਲਗਾਤੀ। ਕੀ ਉਹ ਕਾਨੂੰਨੀ ਤੌਰ ਤੇ ਜਿਹੜਾ ਪੱਖ ਦੇਖ ਕੇ ਜੋ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੋ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਸ ਨੂੰ ਅਨਾਉਂਸ ਕੀਤਾ ਜਾਂਦਾ ਕਿ ਕਾਨੂੰਨੀ ਤੌਰ ਤੇ ਸਹੀ ਤਰੀਕੇ ਨਾਲ ਨਹੀਂ ਸਮਝਿਆ ਜਾਂਦਾ ਜੀ, ਇਹ ਕਿਵੇਂ ਦੇਖਦੇ ਹੋ ਸਰ ਇਹਨੂੰ? ਮੈਂ ਇਹੀ ਕਹਿਣਾ ਚਾਹਣਾ ਕਿ ਕਿਉਂਕਿ ਸਰਕਾਰ ਹਜੇ ਕਿਉਂਕਿ ਸਮਾਂ ਬਹੁਤ ਥੋੜਾ ਹੋਇਆ, ਇਸ ਕਰਕੇ ਜਿਹੜਾ ਸਾਡਾ ਕਾਨੂੰਨੀ ਬੈਂਚ ਹੈ ਜਾਂ ਜਿਨ੍ਹਾਂ ਤੋਂ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਹੈ ਉਹ ਹੁਣ ਹੌਲੀ ਹੌਲੀ ਜਿੰਨੀਆਂ ਵੀ ਲਿਟੀਗੇਸ਼ਨਸ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਹੈ, ਚਾਹੇ ਆਟੇ ਵਾਲੀ ਸਕੀਮ ਹੈ ਜਾਂ ਹੋਰ ਜਿਹੜੀਆਂ ਜ਼ਮੀਨ ਨੂੰ ਲੈ ਕੇ ਕੁਝ ਜਿਹੜੇ ਨੇ ਇੱਦਾਂ ਦੀਆਂ ਗੱਲਾਂ ਹੋਈਆਂ ਨੇ, ਤਾਂ ਹੌਲੀ ਹੌਲੀ ਉਹਨਾਂ ਨੂੰ ਦੂਰ ਕੀਤਾ ਜਾਏਗਾ। ਐਸੀ ਗੱਲ ਨਹੀਂ ਹੈ ਕਿ ਕਾਨੂੰਨੀ ਕਾਰਵਾਈ ਦੇ ਜਾਂ ਕਾਨੂੰਨੀ ਚਾਰਾਜੋਈ ਦੇ ਨਾਲ ਇਹ ਗੱਲਾਂ ਸਹੀ ਨਹੀਂ ਹੋ ਸਕਦੀਆਂ, ਇਹ ਸਹੀ ਹੋ ਸਕਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਹੀ ਹੋਣਗੀਆਂ ਵੀ ਔਰ ਕੀਤੀਆਂ ਵੀ ਜਾਣਗੀਆਂ। ਔਰ ਲੋਕਾਂ ਨੂੰ ਜੋ ਫਾਇਦਾ ਹੋ ਸਕਦਾ ਹੈ, ਆਮ ਬੰਦੇ ਨੂੰ, ਗਰੀਬ ਦਲਿਤ ਮਜ਼ਦੂਰਾਂ ਨੂੰ ਕਿਵੇਂ ਫਾਇਦਾ ਹੋ ਸਕਦਾ ਹੈ, ਉਹਦੇ ਉੱਤੇ ਕੰਮ ਹੋਣਾ ਹੀ ਹੋਣਾ ਹੈ। ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਰੁਜ਼ਗਾਰ ਕਿਵੇਂ ਦਿੱਤਾ ਜਾ ਸਕਦਾ ਹੈ, ਉਹਨਾਂ ਨੂੰ ਰੁਜ਼ਗਾਰ ਤੋਂ ਇਲਾਵਾ ਜਿਵੇਂ ਤੁਸੀਂ ਆਟੇ ਦੀ ਗੱਲ ਕੀਤੀ ਹੈ, ਤਾਂ ਆਟਾ ਦਾਲ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਮਨਰੇਗਾ ਹੈ, ਮਨਰੇਗਾ ਨੂੰ ਹੋਰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ। ਮੈਨੂੰ ਤਾਂ ਇਹ ਲੱਗਦਾ ਹੈ ਕਿ ਮਨਰੇਗਾ ਦੇ ਵੀ 100 ਦਿਨ ਦੀ ਬਜਾਏ ਹੋਰ ਦਿਨ ਜਿਹੜੇ ਨੇ ਵਧਾ ਲੈਣੇ ਚਾਹੀਦੇ ਨੇ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਕਾਨੂੰਨੀ ਚਾਰਾਜੋਈ ਹੋਏਗੀ ਔਰ ਕਾਨੂੰਨੀ ਜਿਹੜੇ ਕਾਨੂੰਨ ਸਾਜ਼ਾਂ ਤੋਂ ਸਲਾਹ ਲੈ ਕੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਸਕੀਮਾਂ ਨੂੰ ਜਿਹੜੀਆਂ ਲੋਕ ਪੱਖੀ ਸਕੀਮਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਏਗਾ। ਸਤਨਾਮ ਜੀ, ਜੇਕਰ ਸਰ ਅਸੀਂ ਸਟੱਡੀ ਵੱਲ ਨੂੰ ਵਧੀਏ ਤਾਂ ਪੰਜਾਬੀ ਯੂਨੀਵਰਸਿਟੀ ਅੱਜ ਕਰਜ਼ੇ ਦੇ ਜਿਹੜਾ ਕਹਿਰ ਤੇ ਗੁਜ਼ਰ ਰਹੀ ਹੈ, ਕਰਜ਼ੇ ਦੇ ਦਬਾਅ ਹੇਠਾਂ ਲੰਘ ਰਹੀ ਹੈ। ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ, ਸੀਐਮ ਚੰਨੀ ਆਏ, ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਜੋ ਕਰਜ਼ਾ ਉਹ ਸਰਕਾਰ ਚੱਕੇਗੀ, ਇੱਥੋਂ ਤੱਕ ਕਿ ਜਿਹੜੀ ਜੋ ਸੀ ਆਪਣਾ ਜੋ ਸਕੀਮ ਮਿਲਦੀ ਸੀਗੀ ਸਰਕਾਰ ਵੱਲੋਂ ਉਹ ਵੀ ਵਧਾ ਦਿੱਤੀ ਗਈ, 20 ਕਰੋੜ ਰੁਪਇਆ ਕਰ ਦਿੱਤਾ ਗਿਆ। ਕਿਵੇਂ ਦੇਖਦੇ ਹੋ ਕਿ ਸਰਕਾਰ ਇਸ ਵੱਲ, ਪੰਜਾਬ ਸਰਕਾਰ ਹੁਣ ਮੌਜੂਦਾ ਸੀਐਮ ਮਾਨ ਦੀ ਅਗਵਾਈ 'ਚ ਚੱਲ ਰਹੀ ਹੈ, ਉਸ ਵੱਲੋਂ ਕੋਈ ਇਸ ਪੱਖੀ ਸਟੈਪ ਲਿਆ ਜਾ ਰਿਹਾ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਈ ਮਹੀਨੇ ਜਿਹੜਾ ਲੰਘਾ ਕੇ ਸੈਲਰੀ ਦਿੱਤੀ ਜਾ ਰਹੀ ਹੈ, ਹਾਲੇ ਵੀ ਜਿਹੜਾ ਜੋ ਸੰਘਰਸ਼ ਕਰਨ ਲਈ ਜਿਹੜੇ ਆਪਣੇ EMPLOYE ਨੇ ਜਾਂ ਕਹਿ ਸਕਦੇ ਹਾਂ ਅਫਸਰ ਨੇ ਪੰਜਾਬੀ ਯੂਨੀਵਰਸਿਟੀ ਦੇ, ਉਹ ਜੂਝ ਰਹੇ ਨੇ। ਕਿਵੇਂ ਦੇਖਦੇ ਹੋ ਸਰ? ਦੇਖੋ, ਜਿਵੇਂ ਤੁਸੀਂ ਦੱਸਿਆ ਹੈ ਕਿ ਪਹਿਲਾਂ ਸਿਰਫ 9 ਕਰੋੜ ਰੁਪਈਆ ਮਹੀਨੇ ਦਾ ਮਿਲਦਾ ਸੀਗਾ ਸਰਕਾਰ ਵੱਲੋਂ, ਜਿਹੜਾ ਕਿ ਬਹੁਤ ਹੀ ਨਿਗੂਣਾ ਸੀਗਾ। ਔਰ ਅਨੁਸਾਰ ਪਹਿਲੇ ਬਜਟ ਦੇ ਵਿੱਚ ਸਾਡੇ ਚੀਮਾ ਸਾਹਿਬ ਨੇ, ਜਿਹੜੇ ਕਿ ਆਪਾਂ ਨੂੰ ਪਤਾ ਹੈ ਖਜ਼ਾਨਾ ਮੰਤਰੀ ਨੇ, ਉਹਨਾਂ ਨੇ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੀ ਜੋ ਮਹੀਨੇਵਾਰ ਕਿਸ਼ਤ ਹੈ ਉਹ 9 ਕਰੋੜ ਦੀ ਬਜਾਏ ਉਹ 20 ਕਰੋੜ ਕਰਤੀ। ਕਿਉਂਕਿ ਹੁਣ ਹਜੇ ਉਸ ਚੀਜ਼ ਨੂੰ ਲਾਗੂ ਹੋਣ ਦੇ ਲਈ ਕੁਝ ਜਿਹੜੀਆਂ ਨੇ ਕਾਗਜ਼ੀ ਕਾਰਵਾਈਆਂ ਰਹਿੰਦੀਆਂ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕਾਗਜ਼ੀ ਕਾਰਵਾਈਆਂ ਚੱਲ ਰਹੀਆਂ ਨੇ ਔਰ ਜਿਉਂ ਹੀ ਉਹ ਕਾਗਜ਼ੀ ਕਾਰਵਾਈਆਂ ਪੂਰੀਆਂ ਹੁੰਦੀਆਂ ਨੇ ਤਿਉਂ ਹੀ 20 ਕਰੋੜ ਰੁਪਇਆ ਜਿਹੜਾ ਹੈਗਾ ਮਿਲਣ ਲੱਗੇਗਾ। ਔਰ ਜੇਕਰ 20 ਕਰੋੜ ਰੁਪਇਆ ਹੁਣ ਮਿਲਣਾ ਸ਼ੁਰੂ ਹੁੰਦਾ ਹੈ ਤਾਂ ਇਹ ਜਿਹੜੇ ਮਸਲੇ ਤੁਸੀਂ ਦੱਸੇ ਨੇ, ਚਾਹੇ ਉਹ ਤਨਖਾਹ ਦਾ ਮਸਲਾ ਹੋਵੇ ਜਾਂ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਬਹੁਤ ਇਗਨੋਰ ਕੀਤਾ ਹੈ। ਜਿਵੇਂ ਤੁਸੀਂ ਚੰਨੀ ਸਾਹਿਬ ਦਾ ਨਾਮ ਲਿਆ ਹੈ, ਚੰਨੀ ਸਾਹਿਬ ਨੇ ਤਾਂ ਸਿਰਫ ਲਾਰੇ ਲਾਏ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਚੰਨੀ ਸਾਹਿਬ ਨੇ ਕਹਿਤਾ ਕਿ ਮੈਂ ਤਾਂ ਜੀ ਸਾਰਾ ਕੁਝ ਮਾਫ ਕਰ ਦਿਆਂਗਾ, ਤੁਹਾਨੂੰ ਇੰਨੇ ਕਰੋੜ ਰੁਪਈਆ ਦੇ ਦਾਂਗਾ, ਪਰ ਹੋਇਆ ਕੀ? ਹੋਇਆ ਕੁਝ ਵੀ ਨਹੀਂ। ਅਲਟੀਮੇਟਲੀ ਜਿਹੜਾ ਹੈਗਾ ਉਸੇ ਤਰ੍ਹਾਂ ਦੀ ਰਹੀ। ਪਰ ਚੀਮਾ ਸਾਹਿਬ ਨੇ ਆ ਕੇ ਪਹਿਲੀ ਵਾਰੀ ਇਹ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਦੀ ਬਾਂਹ ਫੜੀ ਉਹਨਾਂ ਨੇ, ਔਰ ਪੰਜਾਬੀ ਯੂਨੀਵਰਸਿਟੀ ਦੇ ਸਿਰਫ ਬਾਂਹ ਹੀ ਨਹੀਂ ਫੜੀ, ਸਗੋਂ ਭਗਵੰਤ ਮਾਨ ਜੀ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਹੈ
ਕਿ ਜਿੰਨਾ ਵੀ ਕਰਜ਼ਾ ਇਸ ਵੇਲੇ ਚੜਿਆ ਹੋਇਆ ਪੰਜਾਬੀ ਯੂਨੀਵਰਸਿਟੀ ਦੇ ਉੱਤੇ, ਉਹ ਸਾਰਾ ਕਰਜ਼ਾ ਸਰਕਾਰ ਓਟੇਗੀ। ਸੋ ਇਸ ਕਰਕੇ ਜੇਕਰ ਉਹ ਸਾਰਾ ਕਰਜ਼ਾ ਸਰਕਾਰ ਓਟ ਲੈਂਦੀ ਹੈ, ਲਗਭਗ 150-200 ਕਰੋੜ ਦਾ ਕਰਜ਼ਾ ਜਿਹੜਾ ਚੜਿਆ ਹੋਇਆ ਹੈ, ਤਾਂ ਇਹਦੇ ਨਾਲ ਬਹੁਤ ਸੌਖਾ ਜਿਹੜਾ ਹੈਗਾ ਹੋ ਸਕਦੀ ਹੈ ਯੂਨੀਵਰਸਿਟੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਇੱਕ ਤਾਂ ਭਾਸ਼ਾ ਦੇ ਨਾਂ ਤੇ ਬਣੀ ਇੱਕੋ ਹੀ ਯੂਨੀਵਰਸਿਟੀ ਹੈ ਹਿੰਦੁਸਤਾਨ ਦੀ, ਔਰ ਦੂਜੀ ਜਿਹੜੀ ਵੱਡੀ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਸਾਡਾ ਮਾਲਵੇ ਦਾ ਜਿਹੜਾ ਗਰੀਬ ਤਬਕਾ ਹੈ, ਗਰੀਬ ਲੋਕ ਨੇ, ਚਾਹੇ ਉਹ ਮਜ਼ਦੂਰਾਂ ਦੇ ਬੱਚੇ ਨੇ, ਚਾਹੇ ਉਹ ਛੋਟੀ ਕਿਸਾਨੀ ਦੇ ਬੱਚੇ ਨੇ, ਜਾਂ ਛੋਟੇ ਦੁਕਾਨਦਾਰਾਂ ਦੇ ਬੱਚੇ ਨੇ, ਉਹ ਸਾਰੇ ਬੱਚੇ ਪੰਜਾਬੀ ਯੂਨੀਵਰਸਿਟੀ 'ਚੋਂ ਸਿੱਖਿਆ ਗ੍ਰਹਿਣ ਕਰਕੇ ਵੱਡੇ ਜਿਹੜੇ ਹੈਗੇ ਪੜ੍ਹਾਈਆਂ ਕਰਦੇ ਆ, ਵੱਡੇ ਅਫਸਰ ਬਣਦੇ ਆ ਔਰ ਅੱਗੇ ਇੱਕ ਰੁਤਬਾ ਹਾਸਲ ਕਰਦੇ ਆ। ਪਰ ਜੇਕਰ ਸਰਕਾਰ ਇਸ ਯੂਨੀਵਰਸਿਟੀ ਦੀ ਬਾਂਹ ਫੜੇਗੀ, ਇਸ ਯੂਨੀਵਰਸਿਟੀ ਕਿਉਂਕਿ ਸਰਕਾਰ ਦੀ ਜਿਹੜੀ ਮੁਕੱਦਸ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ, ਉਹ ਜ਼ਿੰਮੇਵਾਰੀ ਇਹੀ ਹੈ ਕਿ ਇਹ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਕਹਿੰਦੀ ਹੈ ਕਿ ਅਸੀਂ ਐਜੂਕੇਸ਼ਨ ਤੇ ਹੈਲਥ ਦੋਵਾਂ ਦੇ ਉੱਤੇ ਕੰਮ ਕਰਨਾ ਹੈ, ਦੋਵਾਂ ਦਾ ਮਾਡਲ ਕ੍ਰੀਏਟ ਕਰਨਾ ਪੰਜਾਬ ਦੇ ਵਿੱਚ। ਕਿਉਂਕਿ ਹੁਣ ਮਾਡਲ ਤਾਂ ਹੀ ਕ੍ਰੀਏਟ ਹੋਏਗਾ ਜੇਕਰ ਪੰਜਾਬੀ ਯੂਨੀਵਰਸਿਟੀ ਵਰਗੀ ਜਿਹੜੀ ਸੰਸਥਾ ਹੈ, ਜਿਹੜੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ ਆਪਣੇ ਕੰਮਾਂ ਕਰਕੇ ਵੀ, ਔਰ ਜੋ ਇੱਥੇ ਖੋਜਾਂ ਹੋਈਆਂ ਨੇ, ਕਿਤਾਬਾਂ ਲਿਖੀਆਂ ਗਈਆਂ ਨੇ, ਉਹਦੇ ਕਰਕੇ ਵੀ। ਸੋ ਜੇਕਰ ਉਹਨੂੰ ਜਾਰੀ ਰੱਖਿਆ ਜਾਵੇ ਤਾਂ ਲਾਜ਼ਮੀ ਤੌਰ 'ਤੇ ਉਹਦੇ ਲਈ ਪੈਸੇ ਦੀ ਵੀ ਲੋੜ ਹੈ, ਔਰ ਪੈਸਾ ਸਰਕਾਰ ਇਹੀ ਕਹਿਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੀ ਬਾਂਹ ਫੜਾਂਗੇ। ਅਸੀਂ ਬਜਟ ਇਸ ਵਾਰੀ ਬਹੁਤ ਬਜਟ ਲਗਭਗ ਡਬਲ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਬਜਟ ਨੂੰ ਹੋਰ ਵੀ ਵਧਾਇਆ ਜਾਏਗਾ। ਅਗਲਾ ਜਿਹੜਾ ਬਜਟ ਆਏਗਾ, ਚੀਮਾ ਸਾਹਿਬ ਪੇਸ਼ ਕਰਨਗੇ ਅਗਲਾ ਬਜਟ, ਤਾਂ ਮੈਨੂੰ ਜ਼ਰੂਰ ਇਹ ਉਮੀਦ ਹੈ ਉਹਨਾਂ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਬਜਟ ਜਿਹੜਾ ਹੈਗਾ ਇਹਨੂੰ ਦਿੱਤਾ ਜਾਏਗਾ, ਔਰ ਇਹ ਯੂਨੀਵਰਸਿਟੀ ਇੱਕ ਮਿਸਾਲੀ ਯੂਨੀਵਰਸਿਟੀ ਪੂਰੇ ਹਿੰਦੁਸਤਾਨ ਦੇ ਵਿੱਚ ਬਣੇਗੀ, ਔਰ ਇੱਥੋਂ ਦੇ ਪੜ੍ਹ ਕੇ ਜਿਹੜੇ ਬੱਚੇ ਨੇ ਉਹ ਵੱਡੇ ਅਫਸਰ ਜਿਹੜੇ ਨੇ ਉਹ ਬਣਨਗੇ। ਉਹ ਤਾਂ ਹੀ ਹੋ ਸਕਦਾ ਕਿ ਜੇ ਸਰਕਾਰ ਇਸ ਯੂਨੀਵਰਸਿਟੀ ਦੀ ਬਾਂਹ ਫੜੇ। ਡਾਕਟਰ ਸਾਹਿਬ, ਅਸੀਂ ਦੇਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਤੁਸੀਂ ਪੰਜਾਬੀ ਵਿਭਾਗ ਦੇ ਮੁਖੀ ਹੋ, ਤੇ ਬਹੁਤ ਸਾਰੇ ਅਜਿਹੇ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਦੀਆਂ ਤੁਸੀਂ ਆਪ ਤੱਕ ਫੀਸ ਭਰ ਦਿੰਦੇ ਹੋ, ਤੇ ਅਜਿਹੇ ਹਾਲਾਤਾਂ ਵਿੱਚ ਉੱਥੇ ਹੀ ਵਿਰੋਧੀ ਧਿਰ ਵੱਲੋਂ ਅਕਸਰ ਸਵਾਲ ਚੁੱਕੇ ਜਾਂਦੇ ਨੇ ਕਿ ਜੋ ਆਪ ਸਰਕਾਰ ਆ ਉਹ ਪੂਰੀ ਤਰੀਕੇ ਨਾਲ ਜੋ ਯੂਨੀਵਰਸਿਟੀ ਨੂੰ ਜਿਹੜਾ ਮਾਮਲਾ ਹੈਂਡਲ ਨਹੀਂ ਕਰ ਪਾ ਰਹੀ। ਕੀ ਲੱਗ ਰਿਹਾ ਕਿ ਜੋ ਵਿਰੋਧੀ ਧਿਰ ਆ ਉਹਨਾਂ ਵੱਲੋਂ ਇਕੱਲੇ ਸਵਾਲ ਹੀ ਚੁੱਕੇ ਜਾ ਰਹੇ ਨੇ, ਕਿਉਂਕਿ ਸੱਤਾ ਵਿੱਚ ਉਹ ਵੀ ਰਹੇ ਨੇ? ਅਜਿਹੇ ਕਿਹੜੇ ਹਾਲਾਤ ਨੇ ਕਿ ਜਿਹੜੇ ਯੂਨੀਵਰਸਿਟੀ ਨੂੰ ਇਹਨਾਂ ਮਾੜੇ ਹਾਲਾਤਾਂ ਵਿੱਚੋਂ ਨਹੀਂ ਕੱਢ ਪਾ ਸਕੇ? ਦੇਖੋ, ਇਹ ਤਾਂ ਤੁਸੀਂ ਹੁਣ ਵਿਰੋਧੀ ਪਾਰਟੀਆਂ ਨੂੰ ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਸਰਕਾਰਾਂ ਰਹੀਆਂ ਨੇ। 75 ਸਾਲ ਆਪਾਂ ਆਜ਼ਾਦੀ ਦੇ ਮਨਾ ਰਹੇ ਹਾਂ, 75 ਸਾਲ ਸਾਨੂੰ ਆਜ਼ਾਦ ਹੋਇਆਂ ਹੋ ਗਏ। 75 ਸਾਲਾਂ ਦੇ ਵਿੱਚ ਜੇ ਅਸੀਂ ਆਪਣੀ ਹਾਇਰ ਐਜੂਕੇਸ਼ਨ ਨੂੰ ਸਹੀ ਨਹੀਂ ਕਰ ਸਕੇ, ਜੇਕਰ ਸਾਡੀਆਂ ਯੂਨੀਵਰਸਿਟੀਆਂ ਨੂੰ ਅਸੀਂ ਆਪਣੇ ਪੈਰਾਂ ਸਿਰ ਨਹੀਂ ਕਰ ਸਕੇ, ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਪਾਰਟੀਆਂ ਦੀ ਬਹੁਤ ਇੱਕ ਨਾਕਾਮਯਾਬੀ ਕਹਿ ਸਕਦੇ ਹੈ। ਔਰ ਇਸ ਕਰਕੇ ਚਾਹੇ ਉਹ ਅਕਾਲੀ ਦਲ BJP ਦੀਆਂ ਸਰਕਾਰਾਂ ਰਹੀਆਂ ਹੋਣ, ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹੋਣ, ਇਹਨਾਂ ਸਾਰੀਆਂ ਸਰਕਾਰਾਂ ਨੇ ਜਿਹੜਾ ਹੈਗਾ ਇਸ ਯੂਨੀਵਰਸਿਟੀ ਤੋਂ ਬੇਪਰਵਾਹੀ ਜਿਹੜੀ ਹੈਗੀ ਆ ਉਹ ਕੀਤੀ ਹੈ, ਔਰ ਲਾਪਰਵਾਹੀ ਕੀਤੀ ਹੈ। ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਹਾਲਤ ਜਿਹੜੇ ਅੱਜ ਹੋਏ ਨੇ, ਜਿਹੜਾ ਕਰਜ਼ਾ ਆਪਾਂ ਗੱਲ ਕਰ ਰਹੇ ਹਾਂ ਬਾਰ-ਬਾਰ ਕਿ ਇੰਨਾ ਕਰਜ਼ਾ ਕਿਵੇਂ ਚੜ੍ਹ ਗਿਆ, ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਸਰਕਾਰਾਂ ਦੀ ਨਲਾਇਕੀ ਦੇ ਕਰਕੇ ਇਹਨਾਂ ਸਰਕਾਰਾਂ ਨੇ ਇੱਥੇ ਬਹੁਤਾ ਜਿਹੜਾ ਹੈਗਾ ਇੰਟਰਫੇਰੈਂਸ ਜ਼ਿਆਦਾ ਕੀਤੀ, ਸਗੋਂ ਇਹਨੂੰ ਸਹਾਇਤਾ ਘੱਟ ਦਿੱਤੀ ਹੈ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਇੱਕ ਐਸੀ ਸਰਕਾਰ ਆਈ ਹੈ ਜਿਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ। ਉਹਨਾਂ ਨੇ ਪਹਿਲੇ ਬਜਟ ਦੇ ਵਿੱਚ ਹੀ ਆਪਣਾ ਐਜੂਕੇਸ਼ਨ ਦਾ ਬਜਟ, ਯੂਨੀਵਰਸਿਟੀ ਦਾ ਜਿਹੜਾ ਬਜਟ ਹੈ ਵਧਾਇਆ ਹੈ। ਸੋ ਉਮੀਦ ਇਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਇਸ ਯੂਨੀਵਰਸਿਟੀ ਨੂੰ ਇਸ ਟੋਏ 'ਚੋਂ ਕੱਢੇਗੀ ਔਰ ਇਹਨੂੰ ਅਗਲੇ ਵਧੀਆ ਲੀਹਾਂ 'ਤੇ ਤੋਰੇਗੀ। ਇਹੀ ਆਪਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਹੁਣ। ਸਰ, ਜੇਕਰ ਦੇਖਿਆ ਜਾਵੇ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਅਸੀਂ 3300 ਕਰੋੜ ਰੁਪਇਆ ਜਿਹੜੇ ਦਾਰੂ ਦੀ ਪਾਲਿਸੀ ਬਣੂਗੀ, ਸ਼ਰਾਬ ਦੀ ਪਾਲਿਸੀ ਬਣੂਗੀ, ਉਸ 'ਚੋਂ ਕਮਾਵਾਂਗੇ ਜਾਂ ਰੇਤੇ 'ਚੋਂ ਕਮਾਵਾਂਗੇ। ਪਰ ਜੇਕਰ ਦੇਖਿਆ ਜਾਵੇ ਤਾਂ ਇਹਨਾਂ 6 ਮਹੀਨਿਆਂ ਵਿੱਚ 3000 ਕਰੋੜ ਬੀਤੇ ਮਹੀਨੇ ਲਿਆ ਗਿਆ, ਤੇ ਜਿਹੜਾ 12 ਕਰੋੜ ਦੇ ਲਗਭਗ 1200 ਕਰੋੜ ਦੇ ਲਗਭਗ ਜਿਹੜਾ ਕਰਜ਼ਾ ਹੁਣ ਚੱਕ ਲਿਆ ਗਿਆ। ਕੀ ਅਜਿਹੇ ਜਿਹੜੇ ਤੁਸੀਂ ਵੀ ਹੁਣ ਬੁੱਧੀਜੀਵੀ ਸੈੱਲ ਚਲਾ ਰਹੇ ਹੋ ਆਮ ਆਦਮੀ ਪਾਰਟੀ ਦਾ, ਕੀ ਕਾਰਨ ਬਣੇ ਅਜਿਹੇ ਕਿ ਇੰਨਾ ਕਰਜ਼ਾ ਪੰਜਾਬ ਸਰਕਾਰ ਨੂੰ ਚੱਕਣਾ ਪਿਆ, ਤੇ ਅੱਗੇ ਆਉਣ ਵਾਲੀ ਸਥਿਤੀ ਕੀ ਹੋਊਗੀ? ਕਿਵੇਂ ਤੁਸੀਂ ਇਸ ਸਾਰੇ ਮਾਮਲੇ ਨਾਲ ਹੈਂਡਲ ਕਰੋਗੇ ਜੀ? ਦੇਖੋ, ਜਿਹੜਾ ਇੰਨਾ ਕਰਜ਼ਾ ਚੱਕਣ ਦਾ ਇੱਕ ਕਾਰਨ ਇਹੀ ਹੈ ਸ਼ੁਰੂ ਦੇ ਵਿੱਚ
ਕਿ ਜਿਹੜਾ ਇਸ ਵੇਲੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਹੁਣ ਜੇਕਰ ਇਸ ਕਰਜ਼ੇ ਦਾ ਵਿਆਜ ਦੇਖੋਗੇ, ਜਿਹੜੀਆਂ ਕਿ ਪਿਛਲੀਆਂ ਸਰਕਾਰਾਂ ਨੇ ਬਾਰ-ਬਾਰ ਲੈ ਕੇ ਕਰਜ਼ੇ ਲੋਕਾਂ ਤੋਂ, ਕਿਉਂਕਿ ਆਪਾਂ ਹੀ ਨਹੀਂ ਦੇਣਾ, ਉਹ ਲੋਕਾਂ ਦਾ ਹੀ ਪੈਸਾ ਹੈ। ਜੇਕਰ ਉਹ ਕਰਜ਼ਾ ਜਿਹੜਾ ਦਿੱਤਾ ਜਾਏਗਾ ਉਹ ਤੁਹਾਡੇ ਮੇਰੇ ਜੋ ਇਨਕਮ ਟੈਕਸ ਆਪਾਂ ਭਰਦੇ ਹਾਂ, ਜੋ ਟੈਕਸ ਦਿੰਦੇ ਹਾਂ, ਦੂਸਰਾ ਵੀ ਟੈਕਸ ਹਰ ਤਰ੍ਹਾਂ ਦਾ, ਤਾਂ ਉਸ ਟੈਕਸ 'ਚੋਂ ਪੈਸਾ ਜਾਣਾ ਹੈ। ਸੋ ਇਸ ਕਰਕੇ ਜਿਹੜਾ ਇੰਨਾ ਕਰਜ਼ਾ ਚੜ੍ਹਿਆ ਹੈ ਤਾਂ ਉਸ ਕਰਜ਼ੇ ਦੇ ਸੈਟਲਮੈਂਟ ਦੇ ਲਈ ਸਮਾਂ ਤਾਂ ਦੇਖੋ ਚਾਹੀਦਾ। 3 ਲੱਖ ਕਰੋੜ ਰੁਪਈਆ ਕੋਈ ਥੋੜ੍ਹਾ ਨਹੀਂ ਹੁੰਦਾ। ਇਸ ਕਰਕੇ ਉਸ ਪੈਸੇ ਨੂੰ ਸੈਟਲ ਕਰਨ ਦੇ ਲਈ ਜਿਹੜਾ ਹੈਗਾ ਉਹ ਸਮਾਂ ਲੱਗੇਗਾ। ਪਰ ਜਿਵੇਂ ਚੀਮਾ ਸਾਹਿਬ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨਾਲੋਂ 6 ਮਹੀਨਿਆਂ ਦੇ ਵਿੱਚ ਹੀ ਲਗਭਗ 24% ਜਿਹੜਾ ਹੈਗਾ ਵੱਧ ਟੈਕਸ ਇਕੱਠਾ ਹੋਇਆ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਪਿਛਲੀਆਂ ਸਰਕਾਰਾਂ ਤੋਂ 24% ਵੱਧ ਜਾਣਾ। ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਲੂਪ ਹੋਲ ਸੀਗੇ, ਜਿਹੜੀਆਂ ਆਪਾਂ ਸਾਰੇ ਜਾਣਦੇ ਹਾਂ ਕਿ ਟੈਕਸ ਚੋਰੀਆਂ ਹੁੰਦੀਆਂ ਸੀਗੀਆਂ ਜਾਂ ਚੋਰ ਮੋਰੀਆਂ ਸੀਗੀਆਂ, ਜਾਂ ਇਹਨਾਂ ਲੋਕਾਂ ਦੇ ਜਾਂ ਜਿਹੜੇ ਪੋਲੀਟੀਕਲ ਲੋਕ ਸੀਗੇ ਇਹੀ ਪੈਸਾ ਖਾਂਦੇ ਸੀ। ਆਪਾਂ ਨੂੰ ਪਤਾ ਹੈ ਕਿ ਉਹ ਲੋਕਾਂ ਦੇ ਉੱਤੇ ਤਾਂ ਲੱਗਿਆ ਨਹੀਂ ਹੈ ਪੈਸਾ। 3 ਲੱਖ ਕਰੋੜ ਰੁਪਈਆ ਪੰਜਾਬ ਦੇ ਉੱਤੇ ਲੱਗਿਆ ਤਾਂ ਨਜ਼ਰ ਨਹੀਂ ਆ ਰਿਹਾ। ਹੁਣ ਸਵਾਲ ਇਹ ਹੈ ਵੀ ਗਿਆ ਕਿੱਥੇ ਗਿਆ? ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦੇ ਘਰਾਂ 'ਚ ਚਲਾ ਗਿਆ ਉਹ। ਸੋ ਇਸ ਕਰਕੇ ਹੁਣ ਪਹਿਲੀ ਵਾਰੀ ਇਹ ਹੋਇਆ ਕਿ ਲੋਕਾਂ ਦਾ ਪੈਸਾ ਲੋਕਾਂ 'ਤੇ ਲੱਗ ਰਿਹਾ ਹੈ, ਔਰ ਜਿਹੜਾ ਪੈਸਾ ਟੈਕਸ ਦਾ ਤੁਹਾਡਾ ਮੇਰਾ ਪੈਸਾ ਹੈ ਉਹ ਸੱਚੀ ਮੁੱਚੀ ਖਜ਼ਾਨੇ 'ਚ ਜਾ ਰਿਹਾ ਹੈ, ਔਰ ਉਹੀ ਖਜ਼ਾਨੇ 'ਚੋਂ ਪੈਸਾ ਜਿਹੜਾ ਹੈਗਾ ਉਹਦੇ ਨਾਲ ਹੀ ਸਹੂਲਤਾਂ ਦਿੱਤੀਆਂ ਜਾਣਗੀਆਂ, ਐਜੂਕੇਸ਼ਨ, ਹੈਲਥ ਦੀਆਂ। ਪਰ ਜਿਹੜਾ ਹੁਣ ਕਿਉਂਕਿ ਪਿਛਲਾ ਹੈਗਾ ਜਿਵੇਂ ਹੁਣ 3 ਲੱਖ ਕਰੋੜ ਰੁਪਈਆ ਹੈ, ਤਾਂ ਉਹਨੂੰ ਸੈਟਲਮੈਂਟ ਦੇ ਜਾਂ ਉਹਦੇ ਵਿਆਜ ਉਤਾਰਨ ਦੇ ਲਈ ਹੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਸਾਨੂੰ ਕੌੜਾ ਘੁੱਟ ਭਰਨਾ ਪੈ ਰਿਹਾ। ਪਰ ਹੌਲੀ ਹੌਲੀ ਜਿਉਂ-ਜਿਉਂ ਸਾਰਾ ਬੈਲੈਂਸ ਹੁੰਦਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਜ਼ਾ ਵੀ ਜਿਹੜਾ ਹੈਗਾ, ਕਿਉਂਕਿ ਹੁਣ ਤਾਂ ਜ਼ਰੂਰੀ ਹੁੰਦਾ, ਜੇ ਆਪਾਂ ਕਰਜ਼ਾ ਨਹੀਂ ਮੋੜਾਂਗੇ ਤਾਂ ਸਟੇਟ ਜਿਹੜੀ ਹੈਗੀ ਹੈ ਦਿਵਾਲੀਆ ਘੋਸ਼ਿਤ ਕੀਤੀ ਜਾਊਗੀ, ਜਿਹਦੇ ਨਾਲ ਹੋਰ ਦਿੱਕਤਾਂ ਆ ਜਾਣਗੀਆਂ। ਸੋ ਉਸ ਨੂੰ ਹੁਣ ਸਿਰਫ ਇਹੀ ਹੈ ਕਿ ਪੁਰਾਣਾ ਜੋ ਕਰਜ਼ਾ 3 ਲੱਖ ਇਹਨਾਂ ਸਰਕਾਰਾਂ ਨੇ ਲਿਆ ਹੋਇਆ, ਪੁਰਾਣੀਆਂ ਸਰਕਾਰਾਂ ਨੇ, ਉਹਨੂੰ ਸੈਟਲਮੈਂਟ ਦੇ ਲਈ ਹੀ ਜਿਹੜਾ ਹੈਗਾ ਕਰਜ਼ਾ ਲੈਣਾ ਪੈ ਰਿਹਾ। ਪਰ ਚੀਮਾ ਸਾਹਿਬ ਦੇ ਕਹਿਣ ਮੁਤਾਬਕ ਜਿਹੜਾ ਹੈਗਾ ਹਜੇ ਜਿਹੜਾ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਚੀਮਾ ਸਾਹਿਬ ਦੇ ਉੱਤੇ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਉਹ ਐਨ ਲੀਹ 'ਤੇ ਲੈ ਕੇ ਆਉਣਗੇ ਆਰਥਿਕਤਾ ਨੂੰ। ਇਹ ਸਾਨੂੰ ਪੂਰੀ ਉਮੀਦ ਹੈ ਜੀ। ਜੇਕਰ ਥੋੜ੍ਹਾ ਜਿਹਾ ਇਸ ਮੁੱਦੇ ਤੋਂ ਹਟ ਕੇ ਮੈਂ ਧਾਰਮਿਕ ਪੱਖੋਂ ਦੇਖਾਂ ਤਾਂ ਅਮਰਤਪਾਲ ਸਿੰਘ ਨੂੰ ਲੈ ਕੇ ਵੱਡੀ ਵਿਚਾਰ ਚਰਚਾ ਛਿੜੀ ਹੋਈ ਹੈ। ਇੱਥੋਂ ਤੱਕ ਕਿ ਦੇਸ਼ ਦੀਆਂ ਇੰਟੈਲੀਜੈਂਸੀਆਂ ਨੇ ਜੋ ਉਹ ਵੀ ਅਲਰਟ ਹੋ ਗਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਵੀ ਜੋ ਅਮਰਤਪਾਲ ਸਿੰਘ ਆ ਦੇਸ਼ ਲਈ ਆਉਣ ਵਾਲੇ ਸਮੇਂ 'ਚ ਖਤਰਾ ਬਣ ਸਕਦਾ। ਜੇਕਰ ਅਸੀਂ ਉਹੀ ਥੋੜ੍ਹਾ ਜਿਹਾ ਗੱਲ ਕਰੀਏ ਕਿ ਜਿਹੜੇ ਹਿੰਦੂ ਧਰਮ ਦੇ ਆਗੂ ਹੁੰਦੇ ਆ ਜਾਂ ਹੋਰ ਧਰਮਾਂ ਦੇ ਆਗੂ ਹੁੰਦੇ ਆ, ਜਦੋਂ ਉਹ ਕੋਈ ਅਜਿਹਾ ਆਪਣੇ ਹਿੰਦੂ ਜਾਂ ਆਪਣੇ ਧਰਮ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਅਜਿਹੇ ਜਿਹੇ ਸਟੈਪ ਚੱਕਦੇ ਆ ਕਿ ਵੀ ਉਹਨਾਂ ਨਾਲ ਲੋਕ ਜੁੜਨ, ਉਹ ਉਦੋਂ ਕਿਉਂ ਨਹੀਂ ਦੇਖਿਆ ਜਾਂਦਾ ਕਿ ਵੀ ਇਹ ਵੀ ਖਤਰਾ ਬਣ ਸਕਦੇ ਆ? ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਮੁਸਲਮਾਨਾਂ ਤੇ ਸਰੇਆਮ ਗੁੰਡਾਗਰਦੀ ਕੀਤੀ ਗਈ, ਹੋਰ ਕਈ ਧਰਮਾਂ ਤੇ ਗੁੰਡਾਗਰਦੀ ਕੀਤੀ ਗਈ, ਤੇ ਹੁਣ ਅਮਰਤਪਾਲ ਨੂੰ ਲੈ ਕੇ ਏਜੰਸੀਆਂ ਜਿਹੜੀਆਂ ਅਲਰਟ ਤੇ ਚੱਲ ਰਹੀਆਂ ਨੇ। ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਦੇ ਜੋ ਹਰਪਾਲ ਚੀਮਾ ਜੀ ਵਿੱਤ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਕਰਾਵਾਂਗੇ। ਤੇ ਉੱਥੋਂ ਹੀ ਜੇ ਕਾਮਰੇਡ ਦੀ ਗੱਲ ਕਰੀਏ ਤਾਂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਇੱਕ ਜੋ ਬਿਆਨ ਦਿੱਤਾ ਜਾਂਦਾ, ਉਸ ਕਾਰਨ ਜੋ ਇਹ ਕਾਮਰੇਡ ਵਰਸਜ ਸਿੱਖ ਧਰਮ ਵੀ ਬਣਦਾ ਦਿਖਾਈ ਦੇ ਰਿਹਾ। ਕੀ ਹਾਲਾਤ ਬਣ ਰਹੇ ਨੇ? ਇਹ ਸੁਨੇਹਾ ਕਿੱਧਰ ਨੂੰ ਜਾ ਰਿਹਾ ਸਰ? ਜੇਕਰ ਪੰਜਾਬ ਸਰਕਾਰ ਦੀ ਜਾਂ ਇੰਟੈਲੀਜੈਂਸ ਦੀ ਪੰਜਾਬ ਦੀ ਗੱਲ ਕਰੀਏ, ਕੀ ਉਹ ਅਲਰਟ ਨੇ, ਕੀ ਉਹ ਆਉਣ ਵਾਲੀ ਸਥਿਤੀ ਬਾਰੇ ਜਾਣੂ ਨੇ ਜਾਂ ਨਾ ਜੀ? ਦੇਖੋ, ਜਾਣੂ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਡਿਊਟੀ ਹੈ ਇਹ। ਕੋਈ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦਾ, ਚਾਹੇ ਕੋਈ ਵੀ ਬੰਦਾ। ਮੈਂ ਨਹੀਂ ਕਹਿੰਦਾ ਕੋਈ, ਚਾਹੇ ਉਹ ਛੋਟਾ ਹੈ, ਚਾਹੇ ਵੱਡਾ ਹੈ, ਚਾਹੇ ਕਿਸੇ ਵੀ ਜਾਤ ਦਾ ਹੈ, ਕਿਸੇ ਵੀ ਧਰਮ ਦਾ ਹੈ, ਜਿਹੜਾ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ 'ਚ ਲਏਗਾ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਔਰ ਜਿਹੜੀਆਂ ਗੱਲਾਂ ਤੁਸੀਂ ਏਜੰਸੀ ਦੀ ਕਰ ਰਹੇ ਹੋ, ਮੈਨੂੰ ਲੱਗਦਾ ਹੈ ਕਿ ਜਿਹੜਾ ਬਾਰਡਰ ਸਟੇਟ ਹੋਣ ਕਰਕੇ ਹਮੇਸ਼ਾ ਹੀ ਜਿਹੜੀਆਂ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ, ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਮਾਹੌਲ ਨੂੰ ਕਿਵੇਂ ਨਾ ਕਿਵੇਂ ਕਿਸੇ ਦਬਾਅ 'ਚ ਰੱਖਿਆ ਜਾਏ, ਲੋਕਾਂ ਨੂੰ ਲੜਾ ਕੇ ਜਿਹੜਾ ਹੈਗਾ, ਜਿਵੇਂ ਅੰਗਰੇਜ਼ ਕਰਦਾ ਸੀਗਾ ਡਿਵਾਈਡ ਐਂਡ ਰੂਲ, ਉਹੀ ਹੁਣ ਸਾਡੀਆਂ ਜਿਹੜੀਆਂ ਨਵੀਆਂ ਸਰਕਾਰਾਂ, ਜਦੋਂ ਆਪਾਂ ਸਾਰੇ ਦੇਖਦੇ ਹਾਂ ਕਿ ਮੋਦੀ ਸਾਹਿਬ ਜਿਹੜੇ ਨੇ ਜਾਂ BJP ਜਿਹੜੀ ਹੈਗੀ ਹੈ, ਉਹਨਾਂ ਦਾ ਕੰਮ ਕੀ ਹੈ? ਉਹਨਾਂ ਦਾ ਕੰਮ ਇਹੀ ਹੈ ਕਿ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਲੜਾ ਦਿਓ, ਹਿੰਦੂਆਂ ਨੂੰ ਮੁਸਲਮਾਨਾਂ ਨਾਲ ਲੜਾ ਦਿਓ,
ਤੇ ਵੋਟ ਬੈਂਕ ਆਪਣਾ ਪੱਕਾ ਕਰੋ। ਲਗਭਗ ਉਸੇ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਇਹ ਏਜੰਸੀਆਂ ਦੇ ਰਾਹੀਂ ਇਸ ਵੇਲੇ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ। ਮੈਂ ਨਹੀਂ ਕਹਿੰਦਾ ਸਰਕਾਰਾਂ ਤੇ ਸਾਰਾ ਛੱਡ ਦਿਓ, ਪੰਜਾਬੀ ਜਿਹੜੇ ਸੁਚੇਤ ਹੋਣ। ਪੰਜਾਬੀ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਧਰਮ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ ਇੱਦਾਂ ਲੜਨ ਵਾਲੇ ਨਹੀਂ ਹੈਗੇ। ਔਰ ਪੰਜਾਬ ਦੇ ਲੋਕ ਜਿਹੜੇ ਨੇ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰੂ ਸਾਹਿਬ ਨੇ ਜਿਹੜਾ ਸੰਦੇਸ਼ ਦਿੱਤਾ ਹੈ, ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਆਪਾਂ ਸਾਰੇ ਜਾਣਦੇ ਹਾਂ। ਇਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਿਹੜੇ ਨੇ ਸਾਰੇ ਭਾਈ ਆਪਾਂ ਕਹਿ ਸਾਰੇ ਜਾਣਦੇ ਹਾਂ। ਗੁਰਬਾਣੀ ਸਾਨੂੰ ਇਹੀ ਸੰਦੇਸ਼ ਦਿੰਦੀ ਹੈ। ਸੋ ਗੁਰਬਾਣੀ ਤੋਂ ਹਟ ਕੇ ਜਦੋਂ ਇਦਾਂ ਦੇ ਲੋਕ ਜਿਵੇਂ ਤੁਸੀਂ ਕਹਿ ਰਹੇ ਹੋ, ਅੰਮ੍ਰਿਤਪਾਲ ਵਰਗੇ ਲੋਕ, ਉਹ ਇਦਾਂ ਦਾ ਜਿਹੜਾ ਹੈਗਾ ਲੋਕਾਂ ਨੂੰ ਭੈ ਦੇ ਵਿੱਚ ਰੱਖਣਾ ਚਾਹੁੰਦੇ ਹੈ, ਲੋਕਾਂ ਨੂੰ ਵੰਡਣਾ ਚਾਹੁੰਦੇ ਹੈ, ਤਾਂ ਉਹਨਾਂ ਤੋਂ ਸੁਚੇਤ ਹੋ ਕੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਆਪਣਾ ਕੰਮ ਕਰਨਾ ਚਾਹੀਦਾ, ਸਾਂਝੀਵਾਲਤਾ ਨੂੰ ਨਹੀਂ ਛੱਡਣਾ ਚਾਹੀਦਾ। ਜੇਕਰ ਗੱਲ ਕਰੀ ਜਾਵੇ ਤਾਂ ਅਮਰਤਪਾਲ ਸਿੰਘ ਨੇ 1500 ਦੇ ਕਰੀਬ ਨੌਜਵਾਨ ਜਾਂ ਕਹਿ ਸਕਦੇ ਆ ਹੋਰ ਵੀ ਕਈ ਕਾਫੀ ਉਮਰ ਦੇ ਲੋਕਾਂ ਨੇ ਅੰਮ੍ਰਿਤ ਛਕਿਆ। ਜੇਕਰ ਉਹਨਾਂ ਵਿੱਚ ਕੁਝ ਘਰ ਨਸ਼ੇ ਤੋਂ ਦੂਰ ਹੋਏ ਨੇ, ਕੀ ਇਸ ਤੋਂ ਸਰਕਾਰ ਨੂੰ ਡਰ ਲੱਗਦਾ ਕਿ ਲੋਕ ਜਾਗ ਗਏ ਨੇ, ਕਿ ਜਿਹੜੀ ਸੈਂਟਰ ਦੀ ਸਰਕਾਰਾਂ ਨੇ ਉਹਨਾਂ ਨੂੰ ਇਸ ਡਰ ਤੋਂ ਖਤਰਾ ਹੋਣ ਲੱਗ ਗਿਆ ਕਿ ਲੋਕ ਨਸ਼ੇ ਤੋਂ ਦੂਰ ਜਾਂ ਘਰ ਵਸਣੇ ਸ਼ੁਰੂ ਹੋਣ ਲੱਗ ਗਏ ਲੋਕਾਂ ਦੇ? ਅਸੀਂ ਨਹੀਂ ਕਹਿੰਦੇ ਕਿ ਵੀ ਉਹ ਪ੍ਰੋਪਰ 1500 ਹੀ ਮਤਲਬ ਸਹੀ ਰਹਿਣਗੇ, ਉਹਨਾਂ ਵਿੱਚ ਕੁਝ ਟੁੱਟਣਗੇ ਵੀ। ਜੇਕਰ ਕੁਝ ਘਰ ਸਹੀ ਹੁੰਦੇ ਨੇ ਜਿਨ੍ਹਾਂ ਤੋਂ ਸਰਕਾਰਾਂ ਤੋਂ ਉਮੀਦਾਂ ਕੀਤੀਆਂ ਜਾਂਦੀਆਂ ਨੇ ਕਿ ਸਾਡਾ ਘਰ ਤੋਂ ਨਸ਼ਾ ਨਿਕਲੇ, ਜੇ ਉਹ ਅੰਮ੍ਰਿਤ ਛਕ ਕੇ ਨਸ਼ਾ ਛੱਡ ਦਿੰਦਾ ਹੈ ਨੌਜਵਾਨ, ਤਾਂ ਕੀ ਅਮਰਤਪਾਲ ਸਿੰਘ ਇਹ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ ਜੀ? ਦੇਖੋ, ਅੰਮ੍ਰਿਤ ਛਕਣਾ ਇੱਕ ਬਹੁਤ ਹੀ ਪਵਿੱਤਰ ਕੰਮ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਔਰ ਸਾਰੇ ਇਹ ਕੋਈ ਨਵਾਂ ਕੋਈ ਅੰਮ੍ਰਿਤ ਨਹੀਂ ਕੋਈ ਛਕਾਉਣ ਲੱਗੇ ਅੰਮ੍ਰਿਤਪਾਲ ਜੀ। ਇਸ ਤੋਂ ਪਹਿਲਾਂ ਸਦੀਆਂ ਤੋਂ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਹਰ ਕੋਈ ਜਿਹੜਾ ਹੈਗਾ, ਚਾਹੇ ਗੁਰਦੁਆਰਾ ਸਾਹਿਬ ਹੋਏ ਜਾਂ ਹੋਰ ਵੱਖ-ਵੱਖ ਜਿਹੜੇ ਸਿੱਖ ਸੰਸਥਾਵਾਂ ਨੇ, ਉਹ ਅੰਮ੍ਰਿਤ ਛਕਾਉਂਦੀਆਂ ਨੇ। ਪਰ ਅੰਮ੍ਰਿਤ ਛਕਾਉਣਾ ਜਾਂ ਨਾ ਛਕਾਉਣਾ ਇੱਥੇ ਮਸਲਾ ਨਹੀਂ ਹੈ। ਮਸਲਾ ਇਹ ਹੈ ਕਿ ਇਹਦੇ ਪਿੱਛੇ ਜਿਹੜੀ ਸਿਆਸਤ ਕੰਮ ਕਰ ਰਹੀ ਹੈ, ਇਹਦੇ ਪਿੱਛੇ ਪੋਲਿਟਿਕਸ ਕੰਮ ਕਰ ਰਹੀ ਹੈ ਕਿ ਸਿੱਖੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਉਣਾ। ਠੀਕ ਹੈ ਨਾ? ਇੱਕ ਖਾਸ ਧਿਰਾਂ ਜਿਹੜੇ ਇਹਦੇ ਪਿੱਛੇ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਸਮਝਣ ਦੀ, ਉਹਨਾਂ ਦੀ ਪੋਲਿਟਿਕਸ ਨੂੰ ਸਮਝਣ ਦੀ ਲੋੜ ਹੈ। ਜਿਵੇਂ ਦੀਪ ਸਿੱਧੂ ਨੂੰ ਵਰਤਿਆ ਗਿਆ, ਆਪਾਂ ਸਾਰੇ ਜਾਣਦੇ ਹਾਂ, ਜਿਵੇਂ ਹੋਰ ਬਹੁਤ ਸਾਰੇ ਲੋਕਾਂ ਨੂੰ ਵਰਤ ਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅਖੀਰ ਨੂੰ ਕੀ ਹੁੰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਪਾ ਕੇ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਜਿਹੜਾ ਹੈਗਾ ਉਹ ਕੰਮ ਕੀਤੇ ਜਾਂਦੇ ਨੇ। ਉਹਦੇ ਤੋਂ ਸੁਚੇਤ ਹੋਣ ਦੀ ਲੋੜ ਹੈ। ਅੰਮ੍ਰਿਤ ਛਕਣਾ ਤਾਂ ਮੈਨੂੰ ਲੱਗਦਾ ਕਿ ਬਹੁਤ ਇੱਕ ਮੁਕੱਦਸ ਕਾਰਜ ਹੈ, ਇਹਦੇ ਛਕਣਾ ਚਾਹੀਦਾ ਹੈ, ਹਰ ਸਿੱਖ ਨੂੰ ਛਕਣਾ ਚਾਹੀਦਾ ਹੈ। ਪਰ ਅੰਮ੍ਰਿਤ ਛਕਣ ਦਾ ਮਤਲਬ ਇਹ ਨਹੀਂ ਹੈ ਕਿ ਜੇ ਮੈਂ ਅੰਮ੍ਰਿਤ ਛਕ ਲਿਆ ਤਾਂ ਮੈਂ ਸਗੋਂ ਸਾਨੂੰ ਨੀਵਾਂ ਹੋਣਾ ਚਾਹੀਦਾ ਹੈ ਕਿ ਮੈਂ ਤਾਂ ਜੀ ਹੁਣ ਬਾਕੀਆਂ ਨਾਲੋਂ ਜਿਹੜਾ ਹੈਗਾ ਉੱਤੇ ਹੋ ਗਿਆ। ਇੱਦਾਂ ਦੀ ਜਿਹੜੀ ਕੱਟੜਤਾ ਜਿਹੜੀ ਹੈਗੀ ਆ ਲਿਆਂਦੀ ਜਾ ਰਹੀ ਹੈ ਅੰਮ੍ਰਿਤ ਛਕਾਉਣ ਦੇ ਨਾਂ ਦੇ ਉੱਤੇ, ਉਹ ਮਾੜੀ ਹੈ। ਇਹਦੇ ਪਿੱਛੇ ਜਿਹੜੀ ਪੋਲਿਟਿਕਸ ਹੋ ਰਹੀ ਹੈ, ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਣ ਤੋਂ ਦਾ ਮਤਲਬ, ਖਾਲਸਾ ਦਾ ਮਤਲਬ ਕੀ ਸੀਗਾ? ਖਾਲਸਾ ਸਾਜਣ ਦਾ ਮਤਲਬ, ਖਾਲਸ ਹੁੰਦਾ ਪਵਿੱਤਰ, ਜਿਹੜਾ ਸਭ ਤੋਂ ਪਵਿੱਤਰ ਹੋਵੇ, ਜਿਹਦੇ ਵਿੱਚ ਕੋਈ ਖੋਟ ਨਾ ਹੋਵੇ, ਉਹਨੂੰ ਅਸੀਂ ਖਾਲਸ ਕਹਿੰਦੇ ਹਾਂ। ਖਾਲਸਾ ਮਤਲਬ ਹੈ ਯਾਨੀ ਕਿ ਉਹਦੇ ਵਿੱਚ ਨਾ ਤਾਂ ਕੋਈ ਊਚ ਨੀਚ ਹੋਵੇ, ਨਾ ਉਹ ਊਚ ਨੀਚ ਨੂੰ ਮੰਨੇ, ਨਾ ਕਿਸੇ ਦਾ ਜਿਹੜਾ ਹੈਗਾ ਦਬਦਬਾ ਮੰਨੇ, ਨਾ ਭੈ ਕਾਹੂ ਕੋ ਦੇਤ ਹੈ, ਠੀਕ ਹੈ ਨਾ ਉਹ ਭੈ ਮੰਨੇ, ਨਾ ਕਿਸੇ ਨੂੰ ਉਹ ਡਰਾਵੇ। ਸੋ ਇਸ ਕਰਕੇ ਅੰਮ੍ਰਿਤ ਤਾਂ ਇੱਕ ਮੈਨੂੰ ਲੱਗਦਾ ਹੈ ਕਿ ਬਹੁਤ ਇੱਕ ਮੁਕੱਦਸ ਐਸੀ ਅੰਮ੍ਰਿਤ ਛਕਣ ਦੇ ਨਾਲ ਤਾਂ ਤੁਹਾਨੂੰ ਬਹੁਤ ਰੂਹਾਨੀਅਤ ਦਾ ਜਿਹੜਾ ਹੈਗਾ ਉਹ ਇੱਕ ਮਿਲਦੀ ਹੈ, ਜਿਹੜੀ ਹੈਗੀ ਹੈ ਖੁਸ਼ੀ ਮਿਲਦੀ ਹੈ। ਸੋ ਇਸ ਕਰਕੇ ਅੰਮ੍ਰਿਤ ਦਾ ਇੱਥੇ ਕੋਈ ਮਸਲਾ ਨਹੀਂ ਹੈ। ਅੰਮ੍ਰਿਤ ਨਾਲ ਜਿਵੇਂ ਤੁਸੀਂ ਦੱਸਿਆ ਹੈ, ਜੇਕਰ ਕੋਈ ਸਾਡੇ ਨੌਜਵਾਨ ਨਸ਼ਿਆਂ ਤੋਂ ਉਹਨਾਂ ਨੂੰ ਛੁਟਕਾਰਾ ਮਿਲਦਾ ਹੈ, ਜੇ ਉਹ ਮਾੜੇ ਕੰਮਾਂ ਤੋਂ ਚੰਗੇ ਵੱਲ ਆਉਂਦੇ ਹੈ ਤਾਂ ਇਹ ਅੱਛੀ ਗੱਲ ਹੈ। ਪਰ ਇਹਦੇ ਅੰਮ੍ਰਿਤ ਛਕਾਉਣ ਦੇ ਪਿੱਛੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਮਾੜੀ ਹੈ। ਜੀ ਸਰ, ਮੇਰਾ ਲਾਸਟ ਸਵਾਲ ਹੈ ਤੇ ਜਿਵੇਂ ਤੁਸੀਂ ਬੁੱਧੀਜੀਵੀ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਹੋ ਤੇ ਅੱਗੇ ਇਲੈਕਸ਼ਨ ਆ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ, ਇੱਥੋਂ ਤੱਕ ਕਿ ਪਟਿਆਲਾ ਦੇ ਮੇਅਰ ਨੇ ਜੋ ਭਾਜਪਾ 'ਚ ਸ਼ਾਮਲ ਹੋ ਗਏ ਅੱਜ ਕੈਪਟਨ ਦੀ ਅਗਵਾਈ ਵਿੱਚ, ਕਿਵੇਂ ਦੇਖੋਗੇ, ਕਿਹੜੇ ਮੁੱਦੇ ਲੈ ਕੇ ਜਾਓਗੇ? ਕਿਉਂਕਿ ਕਈ ਅਜਿਹੀਆਂ ਆਡੀਓ ਵੀ ਜਿਹੜੇ ਆਪ ਦੇ ਵਿਧਾਇਕਾਂ ਜਾਂ ਮੰਤਰੀਆਂ ਦੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਤੇ ਕਈ ਸਵਾਲ ਉੱਠਦੇ ਨੇ, ਕਿਵੇਂ ਤੁਸੀਂ ਇਹ ਸਰ ਅੱਗੇ ਜਿਹੜਾ ਇਲੈਕਸ਼ਨ 'ਚ ਲੈ ਕੇ ਜਾਓਗੇ? ਦੇਖੋ, ਇਹਦੇ ਵਿੱਚ ਇਹੀ ਹੈ ਕਿ ਪਹਿਲੀ ਗੱਲ ਤਾਂ ਵਿਕਾਸ ਦਾ ਮੁੱਦਾ ਆਏਗਾ ਜੀ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਚਾਹੇ ਉਹ ਮਿਊਨਿਸਪਲ ਕਮੇਟੀਆਂ ਹੋਣ, ਚਾਹੇ ਪੰਚਾਇਤਾਂ ਹੋਣ
ਜਾਂ ਕੋਈ ਹੋਰ ਵੱਖ-ਵੱਖ ਸੰਸਥਾਵਾਂ ਹੋਣ, ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰੀ ਇੰਨੇ ਜ਼ਿਆਦਾ, ਹੁਣ ਆਪਾਂ 3 ਲੱਖ ਕਰੋੜ ਰੁਪਏ ਕਰਜ਼ੇ ਦੀ ਗੱਲ ਕੀਤੀ ਹੈ, ਇਹ 3 ਲੱਖ ਕਰੋੜ ਰੁਪਈਆ ਤਾਂ ਹੀ ਆਇਆ ਨਾ ਜੇ ਕਿ ਭ੍ਰਿਸ਼ਟਾਚਾਰੀ ਦੇ ਰਾਹੀਂ ਇਹ ਕਿਸੇ ਹੋਰ ਚਲਿਆ ਗਿਆ, ਹੋਰ ਪਾਸੇ ਲੱਗਿਆ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹੀ ਹੈ ਕਿ ਉਸ ਭ੍ਰਿਸ਼ਟਾਚਾਰੀ ਨੂੰ ਖਤਮ ਕਰਕੇ ਉਹੀ ਲੋਕਾਂ ਦਾ ਪੈਸਾ ਲੋਕਾਂ ਦੇ ਉੱਤੇ ਖਰਚ ਕਰਨਾ, ਇਹ ਹੋਏਗਾ। ਵਿਕਾਸ ਦਾ ਏਜੰਡਾ ਲੈ ਕੇ ਆਉਣਾ, ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਨੇ, ਚਾਹੇ ਉਹ ਸੜਕਾਂ ਨੂੰ ਲੈ ਕੇ ਹੋਣ, ਪਾਣੀ ਦੀ ਸਮੱਸਿਆ ਇਸ ਵੇਲੇ ਬਹੁਤ ਗੰਭੀਰ ਸਮੱਸਿਆ ਹੈ, ਇਸ ਵੇਲੇ ਸਫਾਈ ਦੀ ਬੁਨਿਆਦੀ ਸਮੱਸਿਆ ਹੈ, ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਲੈ ਕੇ ਆਉਣਾ, ਔਰ ਜੋ ਮਾੜੀਆਂ ਚੀਜ਼ਾਂ ਨੇ ਉਹ ਇੱਥੋਂ ਕੱਢ ਕੇ ਜਿਹੜਾ ਹੈਗਾ ਸ਼ਹਿਰ ਨੂੰ ਖੂਬਸੂਰਤ ਸ਼ਹਿਰ ਬਣਾਉਣਾ। ਪਟਿਆਲਾ ਜਿਹਦੇ ਕਰਕੇ ਜਾਣਿਆ ਜਾਂਦਾ ਸੀਗਾ, ਪਟਿਆਲਾ ਜਿਹੜਾ ਸੀਗਾ ਬਹੁਤ ਇੱਕ ਵਿਰਾਸਤ ਵਾਲਾ ਸ਼ਹਿਰ ਹੈ, ਸੱਭਿਆਚਾਰ ਵਾਲਾ ਸ਼ਹਿਰ ਹੈ। ਸੋ ਉਸ ਦੀ ਵਿਰਾਸਤ ਨੂੰ ਮੁੜ ਜਿਹੜਾ ਹੈਗਾ ਬਹਾਲ ਕਰਨਾ, ਇਸ ਕਰਕੇ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਔਰ ਉਮੀਦ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਇਹ ਏਜੰਡਾ ਜਿਹੜਾ ਹੈਗਾ ਅੱਗੇ ਲੈ ਕੇ ਆਈ, ਵਿਕਾਸ ਕਰੇਗੀ ਔਰ ਭ੍ਰਿਸ਼ਟਾਚਾਰੀ ਨੂੰ ਜੜੋਂ ਖੇਡੇਗੀ। ਸੋ ਇਹੀ ਉਮੀਦ ਸਾਨੂੰ ਕਰਨੀ ਚਾਹੀਦੀ ਹੈ। ਸੋ ਇਹ ਸਨ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਹੈ ਤੇ ਅੱਗੇ ਉਹਨਾਂ ਨਾਲ ਜੁੜੇ ਰਹਾਂਗੇ। ਤੇ ਤੁਸੀਂ ਵੀ ਸਾਂਝੀ ਸੋਚ ਟੀਵੀ ਰਾਹੀਂ ਜਿਹੜੇ ਪੰਜਾਬ 'ਚ ਮੁੱਦੇ ਬਣੇ ਹੋਏ ਨੇ ਉਹਨਾਂ ਨੂੰ ਜਾਣਨ ਲਈ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ। ਮੈਂ ਸਤਨਾਮ ਸਿੰਘ ਬਠੋਈ, ਕੈਮਰਾਮੈਨ ਗੌਰਵ ਦੇ ਨਾਲ। ਧੰਨਵਾਦ।